ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਕਾਫੀ ਗਰਮੀ ਪਈ ਹੈ। 40 ਡਿਗਰੀ ਤੱਕ ਤਾਪਮਾਨ ਪੰਜਾਬ ਦੇ ਵਿੱਚ ਰਿਹਾ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਂਦੇ 48 ਘੰਟੇ ਪੰਜਾਬ ਦੇ ਵਿੱਚ ਨਾ ਕਿਤੇ ਬੱਦਲਵਾਈ ਨਾ ਕਿਤੇ ਮੀਂਹ ਕਣੀ ਦੀ ਸੰਭਾਵਨਾ। ਗਰਮੀ ਨੇ ਇਸੇ ਤਰੀਕੇ ਨਾਲ ਜ਼ੋਰ ਫੜੀ ਰੱਖਣਾ ਤੇ ਮੌਸਮ ਵਿਭਾਗ ਦਾ ਇਹ ਵੀ ਕਹਿਣਾ ਕਿ 31 ਮਈ ਤੱਕ ਕੜਾਕੇ ਦੀ ਗਰਮੀ ਇਸੇ ਤਰੀਕੇ ਨਾਲ ਪੈਂਦੀ ਰਹਿਣੀ ਆ। ਉਸ ਤੋਂ ਬਾਅਦ ਦਾ ਅੰਦਾਜ਼ਾ ਹਾਲੇ ਪੇਸ਼ ਕਰਨਾ ਬਾਕੀ ਹੈ। ਹੁਣ ਜੇਕਰ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਦੋ ਤਿੰਨ ਹੋਰ ਖਬਰਾਂ ਦੇ ਉੱਤੇ ਪੰਛੀ ਝਾਤ ਮਾਰੀ ਜਾਵੇ ਤਾਂ ਹੇਮੰਤ ਸੋਰੇਨ ਹੈਗੇ ਝਾਰਖੰਡ ਦੇ ਮੁੱਖ ਮੰਤਰੀ। ਉਹਨਾਂ ਦੀ ਕੈਬਨਿਟ ਦੇ ਵੱਲੋਂ ਇੱਕ ਮਹੱਤਵਪੂਰਨ ਫੈਸਲਾ ਕੀਤਾ ਗਿਆ ਤੇ ਫੈਸਲਾ ਕੀ ਕੀਤਾ ਗਿਆ ਕਿ ਅਖੇ ਸਾਡੀ ਸਰਕਾਰ ਦੇ ਵੱਲੋਂ ਮਰਨ ਵਾਲਿਆਂ ਵਾਸਤੇ ਕਫਨ ਮੁਫਤ ਦੇ ਵਿੱਚ ਦਿੱਤੇ ਜਾਣਗੇ। ਤੇ ਇਸ ਤੋਂ ਪਹਿਲਾਂ ਯੋਗੀ ਆਦਿੱਤਿਆਨਾਥ ਜਿਹੜੇ ਕਿ ਯੂਪੀ ਦੇ ਮੁੱਖ ਮੰਤਰੀ ਆ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਸਾਡੇ ਸੂਬੇ ਦੇ ਵਿੱਚ ਗਰੀਬ ਲੋਕ ਕਰੋਨਾ ਕਰਕੇ ਮਰਨਗੇ ਉਹਨਾਂ ਦੇ ਟੱਬਰਾਂ ਨੂੰ ਸੰਸਕਾਰ ਕਰਨ ਵਾਸਤੇ 5000 ਰੁਪਈਆ ਸਰਕਾਰ ਵੱਲੋਂ ਦਿੱਤਾ ਜਾਊਗਾ। ਦੁੱਖ ਇਸ ਗੱਲ ਦਾ ਹੁੰਦਾ ਕਿ ਭਾਵੇਂ ਕਿਸੇ ਵੀ ਸੂਬੇ ਦੇ ਵਿੱਚ ਕਿਸੇ ਵੀ ਪਾਰਟੀ ਦੀ ਸਰਕਾਰ ਕਿਉਂ ਨਾ ਹੋਵੇ, ਅਸੀਂ ਕਿਸੇ ਇੱਕ ਪਾਰਟੀ ਵਿਸ਼ੇਸ਼ ਦੀ ਗੱਲ ਨਹੀਂ ਕਰਦੇ, ਉਹਨਾਂ ਸਰਕਾਰਾਂ ਦੇ ਵੱਲੋਂ ਆਪਣੇ ਸੂਬੇ ਦੇ ਵਿੱਚ ਰਹਿੰਦੇ ਲੋਕਾਂ ਦੀ ਜ਼ਿੰਦਗੀ ਨੂੰ ਲੰਮਾ ਕਰਨ ਦੇ ਲਈ, ਉਹਨਾਂ ਨੂੰ ਤੰਦਰੁਸਤ ਰੱਖਣ ਦੇ ਲਈ, ਉਹਨਾਂ ਦੇ ਲਈ ਬੈੱਡ, ਆਕਸੀਜਨ, ਵੈਂਟੀਲੇਟਰ ਤੇ ਹੋਰ ਦਵਾਈਆਂ ਦਾ ਪ੍ਰਬੰਧ ਕਰਨ ਦੇ ਲਈ ਤਾਂ ਬਹੁਤੀ ਖੇਚਲ ਨਹੀਂ ਕੀਤੀ ਜਾਂਦੀ। ਕੋਈ ਉੱਠ ਕੇ ਕਹਿ ਦਿੰਦਾ ਕਫਨ ਸਾਡੇ ਵੱਲੋਂ ਮੁਫਤ ਦੇ ਵਿੱਚ, ਅਸੀਂ ਕਫਨ ਯੋਜਨਾ ਸ਼ੁਰੂ ਕਰ ਲਈ ਹੈ। ਕੋਈ ਕਹਿੰਦਾ ਅਸੀਂ ਸੰਸਕਾਰ ਯੋਜਨਾ ਸ਼ੁਰੂ ਕਰ ਲਈ ਹੈ। ਦੁੱਖ ਹੁੰਦਾ ਇਸ ਗੱਲ ਦੇ ਉੱਤੇ ਵੀ ਇਹਨਾਂ ਨੂੰ ਬੰਦੇ ਫੂਕਣ ਦਾ ਚਾਹ, ਦੁੱਖ ਹੁੰਦਾ ਇਸ ਗੱਲ ਦਾ ਕਿ ਇਹਨਾਂ ਨੂੰ ਕਫਨ ਯੋਜਨਾ ਸ਼ੁਰੂ ਕਰਨ ਦਾ ਚਾਹ ਹੈਗਾ ਤੇ ਇਹਨਾਂ ਨੂੰ ਲੋਕਾਂ ਦੀ ਜ਼ਿੰਦਗੀ ਦੇ ਨਾਲ ਕੋਈ ਸਰੋਕਾਰ ਨਹੀਂ ਹੈ। ਜ਼ਿੰਦਗੀ ਲੋਕਾਂ ਦੀ ਬਚੀ ਰਵੇ ਇਸ ਗੱਲ ਦੇ ਨਾਲ ਕੋਈ ਤਾਲੁਕ ਨਹੀਂ ਹੈ। ਹੁਣ ਉਸ ਤੋਂ ਅਗਲੀ ਗੱਲ ਬੜੀ ਹੈਰਾਨੀਜਨਕ ਆ। ਲਖਨਊ ਦੇ ਵਿੱਚ ਸੀਵਰੇਜ ਦੇ ਪਾਣੀ ਦਾ 3 ਥਾਵਾਂ ਦੇ ਉੱਤੇ ਟੈਸਟ ਕੀਤਾ ਗਿਆ। ਇਹ ਜਿਹੜੇ 3 ਸੈਂਪਲ ਲਏ ਗਏ ਆ, ਇਹਨਾਂ ਦੇ ਵਿੱਚ ਪਾਣੀ ਦੇ ਵਿੱਚ ਕਰੋਨਾ ਵਾਇਰਸ ਪਾਇਆ ਗਿਆ। ਯਾਨੀ ਕਿ ਹੁਣ ਤੱਕ ਅਸੀਂ ਕਹਿੰਦੇ ਸੀ ਮਨੁੱਖੀ ਸਰੀਰ ਦੇ ਵਿੱਚ ਕਰੋਨਾ ਵਾਇਰਸ ਪਹੁੰਚ ਗਿਆ। ਅਸੀਂ ਇਹ ਗੱਲ ਕਹਿੰਦੇ ਸੀ ਕਿ ਹਵਾ ਦੇ ਵਿੱਚ ਕਰੋਨਾ ਵਾਇਰਸ ਫਿਰਦਾ, ਇਸ ਕਰਕੇ ਦੂਰੀ ਬਣਾ ਕੇ ਰੱਖੋ ਤੇ ਮਾਸਕ ਪਹਿਨ ਕੇ ਰੱਖੋ। ਅਸੀਂ ਇਹ ਵੀ ਗੱਲ ਪੜ੍ਹੀ ਸੁਣੀ ਦੇਖੀ ਕਿ ਇਹ ਵਾਇਰਸ ਜਿਹੜਾ ਉਹ ਪਸ਼ੂਆਂ ਦੇ ਵਿੱਚ, ਪੰਛੀਆਂ ਦੇ ਵਿੱਚ ਵੀ ਪਹੁੰਚ ਰਿਹਾ, ਪਰ ਇਹ ਤਾਂ ਪਾਣੀ ਦੇ ਵਿੱਚ ਵੀ ਪਹੁੰਚ ਗਿਆ। ਹੁਣ ਵਿਗਿਆਨੀਆਂ ਨੇ ਇਹ ਗੱਲ ਕਹੀ ਆ ਕਿ ਇਹ ਜਿਹੜੀ ਟੈਸਟਿੰਗ ਦੇ ਵਿੱਚੋਂ ਗੱਲ ਸਾਹਮਣੇ ਆਈ ਆ ਕਿ ਸੀਵਰੇਜ ਦੇ ਪਾਣੀ ਦੇ ਵਿੱਚ ਵੀ ਕਰੋਨਾ ਵਾਇਰਸ ਪਹੁੰਚ ਚੁੱਕਿਆ ਲਖਨਊ ਦੇ ਵਿੱਚ। ਇਸ ਤੋਂ ਪਹਿਲਾਂ ਮੁੰਬਈ 'ਚੋਂ ਖਬਰ ਆਈ ਸੀ, ਕਹਿੰਦੇ ਜੀ ਇਹ ਇੱਕ ਖੋਜ ਦਾ ਵਿਸ਼ਾ। ਕੁਝ ਵਿਗਿਆਨੀਆਂ ਨੇ ਇਹ ਵੀ ਗੱਲ ਕਹੀ ਆ, ਕਹਿੰਦੇ ਹੋ ਸਕਦਾ ਜੀ ਇਹ ਮਲ ਤਿਆਗ ਦੇ ਰਾਹੀਂ ਇੱਥੋਂ ਤੱਕ ਪਹੁੰਚ ਗਿਆ ਹੋਵੇ ਸੀਵਰੇਜ ਦੇ ਵਿੱਚ। ਹੋ ਸਕਦਾ ਕਿਸੇ ਨੇ ਕਿਹਾ ਜੀ ਕਿ ਇਹ ਪਿਸ਼ਾਬ ਦੇ ਰਾਹੀਂ ਹੋਇਆ ਹੋਵੇ। ਹੋ ਸਕਦਾ ਕਿਸੇ ਨੇ ਗੱਲ ਕਹੀ ਹੈ ਜੀ ਕਿ ਗੰਗਾ ਨਦੀ ਦੇ ਵਿੱਚ ਲਾਸ਼ਾਂ ਕਰੋਨਾ ਪੀੜਤਾਂ ਦੀਆਂ ਬਹੁਤ ਤੈਰਨ ਕਰ ਰਹੀਆਂ ਕਈ ਦਿਨ, ਹੋ ਸਕਦਾ ਉਹਦੇ ਕਰਕੇ ਪਾਣੀ ਦੇ ਪੱਧਰ ਦੇ ਵਿੱਚ ਇਹੋ ਜਿਹੀਆਂ ਗੱਲਾਂ ਆਈਆਂ ਹੋਣ। ਤੇ ਬਹੁਤ ਸਾਰੇ ਕਾਰਨ ਇਹਦੇ ਬਾਬਤ ਅੰਦਾਜ਼ੇਨੁਮਾ ਪੇਸ਼ ਕੀਤੇ ਜਾ ਰਹੇ ਆ। ਤੇ ਤੀਜੀ ਹੈਰਾਨੀਜਨਕ ਗੱਲ ਇਹ ਹੈ, ਰਾਮਦੇਵ ਦੇ ਵੱਲੋਂ ਜਦੋਂ ਬੋਲਿਆ ਜਾਂਦਾ ਕੁਝ ਨਾ ਕੁਝ ਉਹ ਅਵੱਲਾ ਹੀ ਬੋਲਿਆ ਜਾਂਦਾ। ਰਾਮਦੇਵ ਦੀ ਜਿਹੜੀ ਕੋਰੋਨਲ ਦਵਾਈ ਹੈ ਉਹਨੂੰ ਲੈਣ ਦੀ ਗੱਲ ਕੀਤੀ ਆ ਹਰਿਆਣੇ ਦੇ ਸਿਹਤ ਵਿਭਾਗ ਦੇ ਮੰਤਰੀ ਅਨਿਲ ਵਿਜ ਨੇ। ਉਹਨਾਂ ਨੇ ਗੱਲ ਕਹੀ ਹੈ ਜੀ ਕਿ ਅਸੀਂ 1 ਲੱਖ ਡੋਜ਼ ਲਵਾਂਗੇ, 1 ਲੱਖ ਦਵਾਈ ਲਵਾਂਗੇ, ਅੱਧੇ ਮੁੱਲ ਦੇ ਉੱਤੇ ਲਵਾਂਗੇ ਤੇ ਅਸੀਂ ਲੋਕਾਂ ਦੇ ਵਿੱਚ ਮੁਫਤ ਵੰਡਾਂਗੇ। ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਵੀ ਲੋਕਾਂ ਦੀ ਜ਼ਿੰਦਗੀ ਨੂੰ ਰਿਸਕ ਦੇ ਵਿੱਚ ਨਾ ਪਾਓ, ਲੋਕਾਂ ਦੀ ਜ਼ਿੰਦਗੀ ਨੂੰ ਖਤਰਾ ਨਾ ਪੈਦਾ ਕਰੋ, ਕਿਉਂਕਿ ਜੇਕਰ ਇੱਦਾਂ ਕੀਤਾ ਤਾਂ ਹੋ ਸਕਦਾ ਸੰਕਟ ਵੱਧ ਜਾਵੇ। ਤੁਸੀਂ ਇਹਨੂੰ ਕਿਉਂ ਖਰੀਦਣਾ? ਹੋਰ ਬਹੁਤ ਸਾਰੇ ਮਸਲੇ ਹੈਗੇ ਜਿਹਦੇ ਕਰਕੇ ਲੋਕਾਂ ਨੂੰ ਨਿਰੋਗ ਰੱਖਿਆ ਜਾ ਸਕਦਾ, ਤੰਦਰੁਸਤ ਰੱਖਿਆ ਜਾ ਸਕਦਾ। ਜਦੋਂ ਇਹ WHO ਦੀ ਗੁਣਵੱਤਾ ਦੇ ਉੱਤੇ ਖਰੀ ਉਤਰਦੀ ਨਹੀਂ, ਜਦੋਂ ਇਹ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ ਕੀਤੇ ਗਏ ਸਵਾਲਾਂ ਦੇ ਘੇਰੇ ਦੇ ਵਿੱਚ ਹੈ, ਤਾਂ ਫਿਰ ਆਪਾਂ ਕੋਰੋਨਲੀ ਕਿਉਂ ਖਰੀਦਣੀ ਆ? ਕੋਰੋਨਲੀ ਲੋਕਾਂ ਦੇ ਵਿੱਚ ਕਿਉਂ ਵੰਡਣੀ ਆ? ਤੁਸੀਂ ਵੈਕਸੀਨ ਦਾ ਉੱਦਾਂ ਵੱਧ ਤੋਂ ਵੱਧ ਪ੍ਰਬੰਧ ਕਰੋ। ਤੇ ਤੁਸੀਂ ਕਿਹੜੀ ਗੱਲੋਂ ਇਹਨਾਂ ਚੱਕਰਾਂ ਦੇ ਵਿੱਚ ਪਏ ਆ? ਯਾਨੀ ਕਿ BJP ਦੇ ਆਗੂ ਰਾਮਦੇਵ ਦੇ ਨਾਲ ਯਾਰੀਆਂ ਨਿਭਾਉਣ ਦੇ ਲਈ, ਜੋ ਲੱਗੀਆਂ ਉਹਨਾਂ ਨੂੰ ਤੋੜ ਸਿਰੇ ਚੜਾਉਣ ਦੇ ਲਈ ਤੇ ਇਸ ਤਰੀਕੇ ਨਾਲ ਖਰੀਦੋ ਫਰੋਖਤ ਕਰਕੇ ਦੱਸਣਾ ਚਾਹੁੰਦੇ ਆ ਕਿ ਭਾਈ ਸਾਰਾ ਕੁਝ ਇਹੀ ਆ, ਸਾਰਾ ਕੁਝ ਇਹਦੇ ਵਿੱਚ ਹੀ ਆ, ਬਾਕੀ ਤਾਂ ਸਾਰਾ ਕੁਝ ਜ਼ੀਰੋ ਚੱਲਦਾ। ਹੁਣ ਜਿਹੜੀ ਪਹਿਲੀ ਵੱਡੀ ਖਬਰ ਦੁਖਦਾਈ ਆ ਉਹ ਤੁਹਾਨੂੰ ਵੀ ਸੁਣ ਕੇ, ਸੋਚ ਕੇ, ਸਮਝ ਕੇ, ਵਿਚਾਰ ਕੇ ਇਉਂ ਲੱਗੂਗਾ ਵੀ ਭਾਰਤ ਦੇ ਵਿੱਚ ਹੋਈ ਕੀ ਜਾਂਦਾ। ਪਿਛਲੇ ਦਿਨੀ ਅਸੀਂ ਖਬਰ ਸਾਂਝੀ ਕੀਤੀ ਸੀ ਕਿ ਯੂਪੀ ਦੇ ਵਿੱਚ ਜਿਹੜੀ ਗੰਗਾ ਨਦੀ ਆ ਪ੍ਰਯਾਗਰਾਜ ਖੇਤਰ ਦੇ ਵਿੱਚ, ਉੱਥੇ ਲਾਸ਼ਾਂ ਤੈਰਦੀਆਂ ਫਿਰਦੀਆਂ ਜਿਵੇਂ ਕਿ ਕੋਈ ਹੋਰ ਆਮ ਸਮਾਨ ਤੈਰਦਾ ਹੁੰਦਾ, ਜਿਵੇਂ ਕਾਗਜ਼ ਤੈਰਦੇ ਫਿਰਦੇ ਹੁੰਦੇ ਆ, ਉਵੇਂ ਲਾਸ਼ਾਂ ਤੈਰਦੀਆਂ ਫਿਰਦੀਆਂ। ਉਸ ਤੋਂ ਬਾਅਦ ਪ੍ਰਸ਼ਾਸਨ ਨੇ ਉਹ ਲਾਸ਼ਾਂ ਬਾਹਰ ਕੱਢੀਆਂ, ਲੜਾਈ ਲੜੀ। ਯੂਪੀ ਵਾਲੇ ਕਹਿੰਦੇ ਇਹ ਬਿਹਾਰ ਦੀਆਂ, ਬਿਹਾਰ ਵਾਲੇ ਕਹਿੰਦੇ ਇਹ ਯੂਪੀ ਦੀਆਂ ਲਾਸ਼ਾਂ। ਕਿਸੇ ਦੇ ਮੱਥੇ ਤੋਂ ਥੋੜ੍ਹੀ ਲਿਖਿਆ ਵੀ ਅਸੀਂ ਕਿਹੜੇ ਸੂਬੇ ਦੇ ਆ, ਕਿਹੜੇ ਪਿੰਡ ਦੇ ਆ, ਕਿਹੜਾ ਸਾਡਾ ਬਾਪ ਆ, ਕਿਹੜੇ ਸਾਡੇ ਨਗਰ ਖੇੜੇ ਦੇ ਨਾਲ ਸੰਬੰਧ ਆ। ਪਰ ਉੱਥੇ ਬਾਅਦ ਦੇ ਵਿੱਚ ਬਾਹਰ ਕੱਢ ਕੇ ਲਾਸ਼ਾਂ ਦੱਬ ਦਿੱਤੀਆਂ ਗਈਆਂ। ਲੋਕਾਂ ਨੇ ਉੱਥੇ ਲਿਆ ਕੇ ਲਾਸ਼ਾਂ ਆਪ ਵੀ ਦੱਬੀਆਂ। ਉਹਦਾ ਕਾਰਨ ਇਹ ਆ ਵੀ ਮੌਕੇ ਦੇ ਉੱਤੇ ਇੰਨੇ ਕੁ ਸੰਸਕਾਰ ਹੁੰਦੇ ਸੀ, ਕਿਸੇ ਨੂੰ ਵਕਤ ਨਹੀਂ ਸੀ ਮਿਲਦਾ ਆਪਦੇ ਵਿਛੜੇ ਪਿਆਰੇ ਨੂੰ ਤੋਰਨ ਦੇ ਲਈ, ਕਿਸੇ ਨੂੰ ਕਬਰਸਤਾਨ ਦੇ ਵਿੱਚ ਜਗ੍ਹਾ ਨਹੀਂ ਸੀ ਮਿਲਦੀ ਦਫਨਾਉਣ ਦੇ ਲਈ। 1 ਕਿਲੋਮੀਟਰ ਦੇ ਖੇਤਰ ਦੇ ਵਿੱਚ ਇਕੱਲੀਆਂ ਲਾਸ਼ਾਂ ਸੀ ਜਿਹੜੀਆਂ ਤੁਸੀਂ ਇਸ ਵਕਤ ਤਸਵੀਰਾਂ ਦੇਖ ਰਹੇ ਹੋ ਸਕਰੀਨ ਦੇ ਉੱਤੇ। ਇਹ ਉਹਨਾਂ ਲਾਸ਼ਾਂ ਦੀਆਂ, ਇਹ ਲਾਸ਼ਾਂ ਨੂੰ ਵੇਖ ਕੇ ਹਰ ਕਿਸੇ ਦਾ ਮਨ ਭਾਵੁਕ ਹੋ ਜਾਂਦਾ ਕਿ ਹੈ
ਸਾਡੇ ਭਾਰਤ ਦੇ ਵਿੱਚ ਆਹ ਕੁਝ ਹੋਣਾ ਬਾਕੀ ਸੀ। ਜਿਵੇਂ ਅਸੀਂ ਝੋਨਾ ਲਾਉਂਦੇ ਹੁੰਦੇ ਹਾਂ, ਜਿਵੇਂ ਅਸੀਂ ਫਸਲਾਂ ਬੀਜਦੇ ਹਾਂ, ਉਸ ਤਰੀਕੇ ਦੇ ਨਾਲ ਥੋੜ੍ਹੀ ਥੋੜ੍ਹੀ ਦੂਰੀ ਦੇ ਉੱਤੇ ਇੱਕ ਲਾਸ਼ ਦੱਬੀ ਹੋਈ ਹੈ। ਉਹਨਾਂ ਲਾਸ਼ਾਂ ਦੇ ਉੱਤੇ ਨਿਸ਼ਾਨੀਆਂ ਲਾਈਆਂ ਹੋਈਆਂ। ਕਿਸੇ ਨੇ ਚੁੰਨੀ ਟੰਗ ਕੇ ਆਪਦੇ ਪਿਆਰੇ ਦਾ ਜਿਹੜਾ ਉਹ ਸ਼ਨਾਖਤ ਦੇ ਲਈ ਲਾਈ ਹੋਈ ਹੈ। ਕਿਸੇ ਨੇ ਉੱਥੇ ਕੋਈ ਹੋਰ ਤਖਤੀ ਟੰਗੀ ਹੋਈ ਆ ਵੀ ਭਾਈ ਇਹ ਸਾਡੇ ਬੰਦੇ ਦੀ ਲਾਸ਼ ਹੈ। ਪਰ ਰਾਤੋਂ ਰਾਤ ਇੱਕ ਇਹੋ ਜਿਹਾ ਕੰਮ ਕੀਤਾ ਜਾਂਦਾ ਵੀ ਲਾਸ਼ ਉੱਥੇ ਦਿਸਦੀ ਕੋਈ ਨਹੀਂ। ਜਦੋਂ ਮੀਡੀਆ ਦੇ ਵਿੱਚ ਬਦਨਾਮੀ ਹੋ ਗਈ ਯੋਗੀ ਆਦਿੱਤਿਆਨਾਥ ਦੀ ਸਰਕਾਰ ਦੀ, ਸੰਬੰਧਿਤ ਖੇਤਰ ਦੇ ਪ੍ਰਸ਼ਾਸਨ ਦੀ, ਰਾਤੋਂ ਰਾਤ 2 JCB ਮਸ਼ੀਨਾਂ ਲੈ ਕੇ ਆਏ। 15-18 ਉੱਥੇ ਮਜ਼ਦੂਰ ਪਹੁੰਚਦੇ ਆ ਤੇ ਟਰਾਲੀਆਂ ਦੇ ਵਿੱਚ ਲਾਸ਼ਾਂ ਇਉਂ ਲੱਦੀਆਂ ਜਿਵੇਂ ਅਸੀਂ ਕੋਈ ਚੀਜ਼ ਲੱਦਦੇ ਹੁੰਦੇ, ਬੋਰੀਆਂ ਲੱਦਦੇ ਆ, ਜਿਵੇਂ ਅਸੀਂ ਗੰਨਾ ਲੱਦਦੇ ਆ, ਜਿਵੇਂ ਅਸੀਂ ਤੂੜੀ ਦੀਆਂ ਪੰਡਾਂ ਲੱਦਦੇ ਆ, ਜਿਵੇਂ ਅਸੀਂ ਕੋਈ ਹੋਰ ਚੀਜ਼ ਲੱਦਦੇ ਆ। ਹੁਣ ਉਹਨਾਂ ਲੋਕਾਂ ਨੂੰ ਉਹ ਲਾਸ਼ਾਂ ਨਹੀਂ ਸੀ ਹੁੰਦੀਆਂ ਜਿਨ੍ਹਾਂ ਨੇ ਉੱਥੇ ਦੱਬੀਆਂ ਸੀ, ਜਿਨ੍ਹਾਂ ਦੇ ਉਹ ਪਰਿਵਾਰਕ ਮੈਂਬਰ ਸੀ। ਤੇ ਪ੍ਰਸ਼ਾਸਨਿਕ ਅਧਿਕਾਰੀ ਪਤਾ ਕੀ ਕਹਿੰਦੇ ਆ? ਕਹਿੰਦੇ ਜੀ ਸਾਨੂੰ ਨਹੀਂ ਪਤਾ ਉਹ ਕਿੱਧਰ ਗਈਆਂ, ਅਸੀਂ ਕੀ ਕਰਾਉਣੀਆਂ ਸੀ, ਤੁਸੀਂ ਤਾਂ ਕੁਝ ਨਹੀਂ ਸੀ ਕਰਾਉਣਾ। ਪਰ ਜਿਨ੍ਹਾਂ ਦੀਆਂ ਸੀ ਉਹਨਾਂ ਦੀਆਂ ਤਾਂ ਯਾਦਾਂ ਬਹੁਤ ਸਾਰੀਆਂ ਜੁੜੀਆਂ ਸੀ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪ੍ਰਯਾਗਰਾਜ ਇਹਨੀ ਜਿਹੜੀ ਸੁਰਖੀਆਂ ਦੇ ਵਿੱਚ ਹੈ, ਇਹਦਾ ਕਾਰਨ ਗੰਗਾ ਕਿਨਾਰੇ ਦੱਬੀਆਂ ਹੋਈਆਂ ਹਜ਼ਾਰਾਂ ਲਾਸ਼ਾਂ ਨੇ। ਇੱਥੇ ਵੀ ਦੱਸਣਾ ਬਣਦਾ ਕਿ ਇੱਕ ਘਾਟ ਦੇ ਉੱਤੇ ਪਿਛਲੇ ਕਈ ਦਿਨਾਂ ਤੋਂ ਜੋ ਤਸਵੀਰਾਂ ਸਾਹਮਣੇ ਆਈਆਂ ਉਹ ਬੇਹੱਦ ਪਰੇਸ਼ਾਨ ਕਰਨ ਵਾਲੀਆਂ ਸਨ। 1 ਕਿਲੋਮੀਟਰ ਦੇ ਦਾਇਰੇ ਦੇ ਵਿੱਚ 1 ਮੀਟਰ ਤੋਂ ਵੀ ਘੱਟ ਦੂਰੀ ਦੇ ਉੱਤੇ ਲਾਸ਼ਾਂ ਦਫਨਾਈਆਂ ਗਈਆਂ ਤੇ ਇਸ ਬਾਬਤ ਮੀਡੀਆ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਜਦੋਂ ਤਾਂ ਫਿਰ ਜ਼ਿਲ੍ਹਾ ਪ੍ਰਸ਼ਾਸਨ ਅਲਰਟ ਹੋ ਗਿਆ। ਐਤਵਾਰ ਰਾਤ ਨੂੰ ਪ੍ਰਸ਼ਾਸਨ ਨੇ ਇਸ ਘਾਟ ਦੇ ਉੱਤੇ ਰਾਤੋਂ ਰਾਤ JCB ਤੇ ਮਜ਼ਦੂਰਾਂ ਨੂੰ ਲਾ ਕੇ ਲਾਸ਼ਾਂ ਦੇ ਨਾਮੋ ਨਿਸ਼ਾਨ ਹੀ ਮਿਟਾ ਦਿੱਤੇ। ਘਾਟ ਦੇ ਉੱਤੇ ਲੋਕਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਦੀ ਪਛਾਣ ਵਾਸਤੇ ਜੋ ਬਾਂਸ ਤੇ ਚੁੰਨੀਆਂ ਦੇ ਨਾਲ ਨਿਸ਼ਾਨ ਬਣਾਏ ਸਨ ਉਹ ਵੀ ਹੁਣ ਪੂਰੀ ਤਰ੍ਹਾਂ ਗਾਇਬ ਨੇ। ਹੁਣ ਸ਼ਮਸ਼ਾਨ ਘਾਟ ਦੇ 1 ਕਿਲੋਮੀਟਰ ਦਾਇਰੇ ਦੇ ਵਿੱਚ ਸਿਰਫ ਤੇ ਸਿਰਫ ਰੇਤ ਹੀ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਕਿ ਪ੍ਰਸ਼ਾਸਨ ਨੇ ਇਹ ਕੰਮ ਬੜੇ ਚੁੱਪ-ਚਪੀਤੇ ਤਰੀਕੇ ਨਾਲ ਕਰਵਾਇਆ ਤਾਂ ਜੋ ਸਥਾਨਕ ਲੋਕਾਂ ਨੂੰ ਵੀ ਇਸ ਗੱਲ ਦੀ ਭਿਣਕ ਨਾ ਲੱਗੇ। ਸਵੇਰ ਤੱਕ ਪ੍ਰਸ਼ਾਸਨਿਕ ਅਮਲੇ ਨੇ ਉੱਥੇ ਡੇਰਾ ਲਾਈ ਰੱਖਿਆ, ਪਰ ਜਦੋਂ ਅਧਿਕਾਰੀਆਂ ਨੂੰ ਹੁਣ ਸਵਾਲ ਪੁੱਛਿਆ ਜਾਂਦਾ ਤਾਂ ਉਹ ਟਾਲ ਮਟੋਲ ਕਰਨ ਲੱਗਦੇ ਨੇ। ਪ੍ਰਯਾਗਰਾਜ ਦੇ SP ਦਾ ਕਹਿਣਾ ਕਿ ਇੱਥੋਂ ਲਾਸ਼ਾਂ ਦੇ ਨਿਸ਼ਾਨ ਕਿਵੇਂ ਤੇ ਕਿਸ ਨੇ ਹਟਵਾਏ ਇਹਦੀ ਜਾਂਚ ਪੜਤਾਲ ਕੀਤੀ ਜਾਵੇਗੀ ਤੇ ਜਿਹੜਾ ਵੀ ਦੋਸ਼ੀ ਨਿਕਲਿਆ ਉਹਦੇ ਖਿਲਾਫ ਸਖਤ ਕਾਰਵਾਈ ਹੋਵੇਗੀ। ਇੱਥੇ ਵੀ ਦੱਸਣਾ ਬਣਦਾ ਕਿ ਘਾਟ ਤੇ ਪੁਰੋਹਿਤ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਲਾਸ਼ਾਂ ਦੇ ਨਿਸ਼ਾਨ ਮਿਟਾਉਣ ਦੇ ਲਈ ਤਕਰੀਬਨ 2 ਦਰਜਨ ਮਜ਼ਦੂਰ ਇੱਥੇ ਆਏ ਸਨ। ਇਸ ਤੋਂ ਇਲਾਵਾ 2 JCB ਮਸ਼ੀਨਾਂ ਵੀ ਲਾਈਆਂ ਗਈਆਂ ਜੋ ਲੱਕੜਾਂ, ਬਾਂਸ, ਕੱਪੜੇ, ਚੁੰਨੀਆਂ ਤੇ ਹੋਰ ਬਹੁਤ ਸਾਰਾ ਸਮਾਨ ਆਪਣੇ ਨਾਲ ਲੈ ਗਈਆਂ ਤੇ ਟਰਾਲੀ ਦੇ ਵਿੱਚ ਭਰ ਕੇ ਪਤਾ ਨਹੀਂ ਉਹ ਸਮਾਨ ਕਿੱਥੇ ਲੈ ਗਏ, ਸ਼ਾਇਦ ਬਾਅਦ ਦੇ ਵਿੱਚ ਸਾੜ ਦਿੱਤਾ ਹੋਵੇ। ਘਾਟ ਤੇ ਬਣੇ ਮੰਦਰਾਂ ਦੇ ਵਿੱਚ ਰਹਿਣ ਵਾਲੇ ਪੁਰੋਹਿਤ ਜਦੋਂ ਸਵੇਰ ਦੇ ਵੇਲੇ ਗੰਗਾ ਇਸ਼ਨਾਨ ਦੇ ਲਈ ਜਾਣ ਲੱਗੇ ਤਾਂ ਦੇਖਿਆ ਕਿ ਪੂਰਾ ਮੈਦਾਨ ਸਾਫ਼ ਹੋਇਆ ਪਿਆ। ਲਾਸ਼ਾਂ ਦੇ ਨਿਸ਼ਾਨ ਉੱਥੋਂ ਗਾਇਬ ਸਨ। ਇੱਥੇ ਅੰਤਮ ਸੰਸਕਾਰ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਕਿਹਾ ਕਿ ਲਾਸ਼ਾਂ ਦੀ ਪਛਾਣ ਮਿਟਾਉਣ ਦੇ ਪਿੱਛੇ ਪ੍ਰਸ਼ਾਸਨ ਦਾ ਕੀ ਮਨਸ਼ਾ, ਇਹਦੇ ਬਾਬਤ ਤਾਂ ਕੁਝ ਕਹਿਣਾ ਹਾਲੇ ਠੀਕ ਨਹੀਂ। ਪਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇ ਰੋਕਣਾ ਹੀ ਸੀ ਤਾਂ ਉਦੋਂ ਰੋਕ ਲੈਂਦੇ, ਪਰ ਹੁਣ ਨਿਸ਼ਾਨ ਮਿਟਾਉਣ ਦੇ ਨਾਲ ਇੱਥੇ ਕੀ ਹੋਣਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਗੰਗਾ ਨਦੀ ਨੂੰ ਅਸੀਂ ਸਭ ਤੋਂ ਪਵਿੱਤਰ ਨਦੀ ਕਹਿੰਦੇ ਆ, ਪਰ ਇਸ ਵਕਤ ਵਾਤਾਵਰਨ ਮਾਹਰਾਂ ਦੇ ਵੱਲੋਂ ਇਸ ਗੱਲ ਦੇ ਉੱਤੇ ਚਿੰਤਾ ਜ਼ਾਹਰ ਕੀਤੀ ਗਈ ਹੈ ਵੀ ਜਿਵੇਂ ਇੱਥੇ ਲਾਸ਼ਾਂ ਰੁੜ ਰੁੜ ਕੇ ਆਈਆਂ, ਇਹ ਪਾਣੀ ਵੀ ਹੁਣ ਦੂਸ਼ਿਤ ਹੋ ਚੁੱਕਿਆ ਤੇ ਪਤਾ ਲੱਗਾ ਜੀ ਕਿ ਉੱਥੋਂ ਪਾਣੀ ਦੇ ਸੈਂਪਲ ਲੈ ਗਏ ਗੰਗਾ ਨਦੀ ਦੇ ਵਿੱਚੋਂ ਤਾਂ ਜੋ ਪਤਾ ਲੱਗ ਸਕੇ ਕਿ ਇਹਦੇ ਵਿੱਚ ਵਿਗਾੜ ਕਿੰਨਾ ਕੁ ਪੈ ਗਿਆ। ਕੀ ਕਰੋਨਾ ਪ੍ਰਭਾਵਿਤ ਇਹ ਪਾਣੀ ਵੀ ਹੈਗਾ? ਜਿਵੇਂ ਲਖਨਊ ਦੇ ਵਿੱਚ ਸੀਵਰੇਜ ਦਾ ਪਾਣੀ ਹੈ ਜਿਹੜਾ, ਉਹਦੇ ਸੈਂਪਲ ਲੈ ਕੇ ਪਤਾ ਲੱਗਾ ਵੀ ਇਹਦੇ ਵਿੱਚ ਕਰੋਨਾ ਵਾਇਰਸ ਦੇ ਅੰਸ਼ ਪਾਏ ਗਏ ਆ। ਸੋ ਇਹ ਬਹੁਤ ਵੱਡੀ ਖਤਰਨਾਕ, ਦਰਦਨਾਕ ਤੇ ਅੰਦਰੇ ਨੂੰ ਝੰਜੋੜਨ ਵਾਲੀ ਖਬਰ ਹੈ ਕਿ ਭਾਰਤ ਦੇ ਵਿੱਚ ਚੱਲਦਾ ਕੀ ਹੈ। ਪਹਿਲਾਂ ਤਾਂ ਲਾਸ਼ਾਂ ਦੱਬੀਆਂ ਜਾਂਦੀਆਂ, ਇਹ ਵੀ ਸਾਡੀ ਬੇਕਦਰੀ ਦੀ ਗੱਲ ਹੈ। ਇਹ ਵੀ ਸਾਡੀਆਂ ਸਰਕਾਰਾਂ ਦੇ ਮੂੰਹ ਦੇ ਉੱਤੇ ਚਪੇੜ ਵਾਲੀ ਗੱਲ ਹੈ ਕਿ ਅਸੀਂ ਨਾ ਜਿਉਂਦਿਆਂ ਦੀ ਕਦਰ ਕੀਤੀ ਤੇ ਨਾ ਹੀ ਅਸੀਂ ਮਰਿਆਂ ਦੇ ਸੰਸਕਾਰ ਵਾਸਤੇ ਜਾਂ ਦਫਨਾਉਣ ਦੇ ਵਾਸਤੇ ਕੁਝ ਕਰ ਸਕੇ ਹਾਂ। ਇਸ ਤੋਂ ਵੀ ਸ਼ਰਮਨਾਕ ਗੱਲ ਇਹ ਕਿ ਲਾਸ਼ਾਂ ਰਾਤੋਂ ਰਾਤ ਇਉਂ ਗਾਇਬ ਕੀਤੀਆਂ ਜਾਂਦੀਆਂ ਜਿਵੇਂ ਚੋਰ ਕੋਈ ਸਮਾਨ ਲੈ ਕੇ ਜਾਂਦਾ ਹੁੰਦਾ। ਉਹਨਾਂ ਲਾਸ਼ਾਂ ਨੂੰ ਇਹਨਾਂ ਨੇ ਕਿੱਥੇ ਖਪਾਇਆ, ਉਹਨਾਂ ਲਾਸ਼ਾਂ ਨੂੰ ਇਹਨਾਂ ਨੇ ਕਿੱਥੇ ਸੁੱਟਿਆ, ਇਹਦੇ ਬਾਬਤ ਨਾ ਤਾਂ ਕਿਸੇ ਪਰਿਵਾਰਕ ਮੈਂਬਰ ਨੂੰ ਕੋਈ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਨਾ ਹੀ ਪ੍ਰਸ਼ਾਸਨ ਇਹ ਮੰਨਦਾ ਵੀ ਇਹ ਗਈਆਂ ਕਿੱਥੇ। ਹੁਣ ਇਹਨਾਂ ਲਾਸ਼ਾਂ ਦੇ ਕੋਲੋਂ ਕਿਸੇ ਨੇ ਆਮ ਬੰਦੇ ਨੇ ਤਾਂ ਕਰਾਉਣਾ ਕੀ ਹੈ? ਇਹ ਤਾਂ ਜਿਨ੍ਹਾਂ ਦਾ ਕੋਈ ਵਿਛੜ ਗਿਆ ਉਹਨਾਂ ਦੇ ਮਨ ਦੇ ਉੱਤੇ, ਤਨ ਦੇ ਉੱਤੇ ਕੀ ਪੀੜਾ ਸਿਰਫ ਉਹੀ ਜਾਣਦੇ ਆ। ਪਰ ਦੁੱਖ ਆ ਕਿ ਭਾਰਤ ਦੇ ਵਿੱਚ ਇਹੋ ਜਿਹੀਆਂ ਗੱਲਾਂ ਹੁੰਦੀਆਂ ਜਿਹੜੀਆਂ ਅਣਮਨੁੱਖੀ ਆ। ਪਰ ਫਿਰ ਵੀ ਇਹ ਗੱਲ ਕਹੀ ਜਾਂਦੀ ਹੈ ਭਾਰਤ ਤੋਂ ਬਹੁਤ ਤਰੱਕੀ ਕਰ ਰਿਹਾ ਹੈ, ਭਾਰਤ ਤੋਂ ਵਿਸ਼ਵ ਗੁਰੂ ਬਣ ਚੁੱਕਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਇਸ ਕਰਕੇ ਨਹੀਂ ਆਉਂਦੇ ਵੀ ਗੰਗਾ ਨਦੀ ਦੇ ਕੰਢੇ ਦੇ ਉੱਤੇ 1 ਕਿਲੋਮੀਟਰ ਦੇ ਏਰੀਏ ਦੇ ਵਿੱਚ ਲਾਸ਼ਾਂ ਪਈਆਂ ਸੀ ਤੇ ਉਹ ਗਾਇਬ ਹੋ ਜਾਂਦੀਆਂ। ਉਹ ਬਸ ਗੱਲਾਂ ਬਾਤਾਂ ਕਰਦੇ, ਕੈਮਰਾ ਐਕਸ਼ਨ, ਲਾਈਟਿੰਗ ਉਹ ਜਦੋਂ ਹੁੰਦੀ ਆ ਤਾਂ ਕਲਾਕਾਰਾਂ ਦੇ ਵਾਂਗੂ ਅੱਖਾਂ 'ਚੋਂ ਅਥਰੂ ਸੁੱਟਣ ਲੱਗ ਪੈਂਦੇ ਆ। ਜੇਕਰ ਉਹ ਸੱਚੀ ਮੁੱਚੀ ਸੰਵੇਦਨਸ਼ੀਲ ਹੋਣ ਤਾਂ ਭਾਰਤ ਨੂੰ ਅੱਜ ਵਾਲੇ ਦਿਨ ਨਾ ਦੇਖਣੇ ਪੈਣ ਤੇ ਨਾ ਹੀ ਦੇਖਣੇ ਪੈਂਦੇ ਤੇ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਆ ਪਤਾ ਨਹੀਂ ਮੋੜ ਕਿਹੜੇ ਪਾਸੇ ਨੂੰ ਕੱਟਿਆ ਜਾਣਾ। ਅੱਜ 26 ਮਈ ਹੈ, 6 ਮਹੀਨੇ ਪੂਰੇ ਹੋ ਗਏ ਆ ਛੀਣੇ ਕਿਸਾਨਾਂ ਨੂੰ ਬਾਰਡਰਾਂ ਦੇ ਉੱਤੇ ਬੈਠੇ ਆ। ਉਹ ਕਿਸਾਨ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਪਰ 400 ਤੋਂ ਵੱਧ ਮੌਤ ਦੀ ਬੁੱਕਲ ਦੇ ਵਿੱਚ ਚਲੇ ਗਏ ਆ। ਕਿਸਾਨ ਮਜ਼ਦੂਰ ਏਕਤਾ ਦੀ ਗੱਲ ਕਰਦਿਆਂ
ਕਿਸਾਨ ਉਸ ਹਾਲਾਤ ਦੇ ਵਿੱਚ ਪਹੁੰਚ ਗਏ ਆ ਜਿੱਥੇ ਕੇਂਦਰ ਦੀ ਸਰਕਾਰ ਦੇ ਕੰਨ ਦੇ ਉੱਤੇ ਜੂੰ ਨਹੀਂ ਸਰਕੀ, ਪਰ ਕਿਸਾਨ ਇਹ ਗੱਲ ਕਹਿੰਦੇ ਆ ਵੀ ਸਾਡਾ ਕਸੂਰ ਸਿਰਫ ਇਹ ਆ ਵੀ ਅਸੀਂ ਇਹਨਾਂ ਲੋਕਾਂ ਨੂੰ ਵੋਟਾਂ ਪਾ ਕੇ ਚੁਣਦੇ ਰਹੇ ਹਾਂ। ਹੁਣ ਰਾਜਨੀਤੀ ਹੋ ਰਹੀ ਹੈ ਇਸ ਮਾਮਲੇ ਦੇ ਉੱਤੇ ਪਿਛਲੇ ਕਈ ਮਹੀਨਿਆਂ ਤੋਂ। ਬਹਾਨਾ ਤਾਂ ਇਹ ਬਣਾ ਲਿਆ ਵੀ 26 ਜਨਵਰੀ ਨੂੰ ਤੁਸੀਂ ਲਾਲ ਕਿਲ੍ਹੇ ਦੇ ਉੱਤੇ ਗਏ, ਇਹ ਇੱਕ ਬਹਾਨਾ ਬਣਾ ਲਿਆ ਬਦਨਾਮ ਕਰਨ ਦੇ ਲਈ। ਪਰ ਉਸ ਤੋਂ ਪਹਿਲਾਂ ਕਿਹੜਾ ਸਾਰੀਆਂ ਮੰਗਾਂ ਮੰਨੀਆਂ? ਜੇ ਕਿਸਾਨ ਅੰਦੋਲਨ ਨੂੰ ਇੱਕ ਪਾਸੇ ਰੱਖ ਦਈਏ ਤਾਂ ਹੁਣ ਤਾਂ 7 ਵਰ੍ਹੇ ਹੋ ਗਏ ਅੱਜ ਬੀਜੇਪੀ ਦੀ ਸਰਕਾਰ ਨੂੰ ਭਾਰਤ ਦੇ ਵਿੱਚ ਆਇਆ, ਤਾਂ ਇਹਨਾਂ ਨੇ ਹੁਣ ਤੱਕ ਕਿੰਨੇ ਕੁ ਵਾਅਦੇ ਪੂਰੇ ਕੀਤੇ? ਚਲੋ 26 ਜਨਵਰੀ ਵਾਲੀ ਗੱਲ ਕਰਕੇ ਕਿਸਾਨਾਂ ਨੂੰ ਤਾਂ ਬਦਨਾਮ ਕਰਦੇ ਆ। ਉਸ ਤੋਂ ਅਗਲੀ ਗੱਲ ਇਹ ਆ ਵੀ ਜਦੋਂ ਅੱਜ ਬਾਰਡਰਾਂ ਦੇ ਉੱਤੇ ਕਿਸਾਨ ਬਹੁਤ ਵੱਡੀ ਗਿਣਤੀ 'ਚ ਬੈਠੇ ਆ, ਉਹ ਕਿਸਾਨ ਜਿਨ੍ਹਾਂ ਨੇ ਪੋਹ ਮਾਘ ਦੀਆਂ ਠਾਰੀਆਂ ਦਾ ਵੀ ਸਾਹਮਣਾ ਕੀਤਾ, ਇੱਕ ਟਰਾਲੀ ਦੇ ਵਿੱਚ 10-10 ਜਾਣੇ ਸੁੱਤੇ ਆ। ਹੁਣ ਜਦੋਂ ਮਈ ਜੂਨ ਦੇ ਮਹੀਨੇ ਚੱਲਦੇ ਆ ਤੇ ਟਰਾਲੀ ਦੇ ਕੋਲ ਖੜਨਾ ਔਖਾ ਹੁੰਦਾ, ਟਰਾਲੀ ਤੰਦੂਰ ਵਾਂਗੂ ਤਪਦੀ ਆ, ਇਉਂ ਲੱਗਦਾ ਜਿਵੇਂ ਤਵੀ ਦੇ ਉੱਤੇ ਰੋਟੀਆਂ ਲਾਉਣੀਆਂ ਹੁੰਦੀਆਂ। ਤਾਂ ਉਸ ਵਕਤ ਝੌਂਪੜੀਆਂ 'ਚ ਬੈਠੇ ਆ, ਤੰਬੂਆਂ 'ਚ ਬੈਠੇ ਆ, ਟੈਂਟਾਂ ਦੇ ਵਿੱਚ ਬੈਠੇ ਆ, ਮੀਂਹ ਹਨੇਰੀ ਆਉਂਦੀ ਆ, ਉਸ ਤੋਂ ਬਾਅਦ ਤੰਬੂ ਪੱਟੇ ਜਾਂਦੇ ਆ, ਪਰ ਫਿਰ ਮਾਂ ਦੇ ਪੁੱਤ ਆ ਜਿਹੜੇ ਉਹ ਉੱਥੇ ਡਟ ਕੇ ਬੈਠੇ ਆ। ਕੀ ਬਜ਼ੁਰਗ, ਕੀ ਬੱਚੇ, ਕੀ ਭੈਣਾਂ, ਕੀ ਮਾਈਆਂ, ਕੀ ਕਹੀਏ ਕੀ ਨਾ ਕਹੀਏ, ਕਿਉਂਕਿ ਕਿਸਾਨ ਬਹੁਤ ਸਿਰੜ ਦੇ ਨਾਲ ਅੱਗੇ ਤੋਂ ਅੱਗੇ ਵਧ ਰਹੇ ਆ। ਅੱਜ ਕਾਲੀਆਂ ਚੁੰਨੀਆਂ ਤੇ ਕਾਲੀਆਂ ਪੱਗਾਂ ਦੇ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਬਾਰਡਰਾਂ 'ਤੇ ਪਹੁੰਚੇ ਹੋਏ ਕਿਸਾਨ ਆ ਜਿਹੜੇ ਉਹ ਕਾਲਾ ਦਿਵਸ ਮਨਾ ਰਹੇ ਆ। ਅੱਜ ਪੂਰਾ ਦਿਨ ਭਾਰਤ ਦੇ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣੇ ਆ, ਪਿੱਟ ਸਿਆਪਾ ਕੀਤਾ ਜਾਣਾ। ਕਿਸੇ ਨੂੰ ਭਾਵੇਂ ਇਹ ਲੱਗਦਾ ਹੋਵੇ ਕਿ ਇਹ ਤਾਂ ਜੀ ਕਿਸਾਨ ਵਿਕੇ ਹੋਏ ਹਨ, ਇਹ ਤਾਂ ਇੱਦਾਂ ਹਨ, ਪਰ ਉਹ ਇੱਕ ਦਿਨ ਦੇ ਲਈ ਜਾ ਕੇ ਇਹਨਾਂ ਕਿਸਾਨਾਂ ਦੇ ਕੋਲੇ ਪੈ ਕੇ ਦੇਖਣ ਜਾਂ ਬਹਿ ਕੇ ਦੇਖਣ, ਪਤਾ ਲੱਗ ਜੂ ਵੀ ਇੱਥੇ ਕਿਸੇ ਦੇ ਬਿਠਾਇਆ ਕੋਈ ਬੈਠਦਾ। ਇਹਨਾਂ ਲੋਕਾਂ ਦੀ ਜ਼ਮੀਰ ਜਾਗਦੀ ਆ, ਇਹ ਇਸ ਕਰਕੇ ਬੈਠੇ ਆ, ਨਹੀਂ ਤਾਂ ਕੋਈ ਕਿਸੇ ਦੇ ਬਿਠਾਇਆ ਕਿਤੇ ਨਹੀਂ ਬੈਠਦਾ। ਜੇ ਕੋਈ ਬੈਠੂਗਾ ਘੰਟਾ ਬਹਿ ਜੂ, 2 ਘੰਟੇ ਬਹਿ ਜੂ, 1 ਦਿਨ ਬਹਿ ਜੂ, 2 ਦਿਨ ਬਹਿ ਜੂ, ਕੋਈ 6 ਮਹੀਨੇ ਬਿਲਕੁਲ ਨਹੀਂ ਬੈਠਦਾ। ਪਰ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਤਾਂ ਭਾਰਤ ਦੇ ਖੇਤੀਬਾੜੀ ਵਿਭਾਗ ਦੇ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਇੱਕ ਬਿਆਨ ਆਇਆ। ਉਹਨਾਂ ਨੇ 2 ਟੋਕੇ ਗੱਲ ਕਹਿ ਦਿੱਤੀ ਆ ਵੀ ਜੇਕਰ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਬਿਨਾਂ ਕੋਈ ਹੋਰ ਪ੍ਰਸਤਾਵ ਲੈ ਕੇ ਆਉਂਦੇ ਆ, ਉਹਦੇ ਉੱਤੇ ਵਿਚਾਰ ਕੀਤਾ ਜਾ ਸਕਦਾ, ਨਹੀਂ ਤਾਂ ਨਹੀਂ। ਮਤਲਬ ਇਹਦਾ ਕਹਿਣ ਦਾ ਇਹ ਆ ਕਿ ਜੇਕਰ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਉੱਤੇ ਅੜੇ ਹੋਏ ਆ ਤਾਂ ਭਾਈ ਇਹ ਨਹੀਂ ਰੱਦ ਹੋਣੇ। ਇਹ ਉਹ ਵੇਲਾ ਜਦੋਂ ਕਿਸਾਨਾਂ ਦੇ ਵੱਲੋਂ ਬੀਜੇਪੀ ਦੀ ਸਰਕਾਰ ਵੱਖ-ਵੱਖ ਥਾਵਾਂ ਦੇ ਉੱਤੇ ਜਿੱਥੇ-ਜਿੱਥੇ ਵੀ ਹੈ ਉਹਨੂੰ ਵਕਤ ਵੀ ਪਾਇਆ ਗਿਆ। ਇਹ ਉਹ ਵੇਲਾ ਜਦੋਂ ਯੂਪੀ ਦੇ ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਵੀ ਬੀਜੇਪੀ ਦੇ ਪਿੜ ਪੱਲੇ ਬਹੁਤਾ ਕੁਝ ਨਹੀਂ ਪਿਆ। ਇਹ ਉਹ ਵੇਲਾ ਜਦੋਂ ਪੱਛਮੀ ਬੰਗਾਲ ਦੇ ਵਿੱਚ ਬੀਜੇਪੀ ਨੂੰ ਕਿਸਾਨਾਂ ਕਰਕੇ ਬਹੁਤ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਉਹ ਵੇਲਾ ਜਦੋਂ ਹਰਿਆਣੇ ਤੇ ਪੰਜਾਬ ਦੇ ਵਿੱਚ ਕਿਸਾਨ ਆ ਜਿਹੜੇ ਉਹ ਸਰਕਾਰ ਦੇ ਪੈਰ ਨਹੀਂ ਲੱਗਣ ਦਿੰਦੇ ਹਰਿਆਣੇ ਦੇ ਵਿੱਚ, ਤੇ ਪੰਜਾਬ ਦੇ ਵਿੱਚ ਬੀਜੇਪੀ ਦੇ ਨੇਤਾਵਾਂ ਦਾ ਘਰੋਂ ਬਾਹਰ ਨਿਕਲਣਾ ਦੁੱਭਰ ਹੋਇਆ ਪਿਆ। ਪਰ ਫਿਰ ਵੀ ਕੇਂਦਰ ਦੀ ਸਰਕਾਰ ਟਸ ਤੋਂ ਮਸ ਨਹੀਂ ਹੁੰਦੀ। ਤੋਮਰ ਹੋਰਾਂ ਨੇ 2 ਟੋਕੇ ਗੱਲ ਕਹਿ ਦਿੱਤੀ ਹੈ ਵੀ ਜੇਕਰ ਉਹਨਾਂ ਨੇ ਮੰਨਣੀਆਂ ਸਾਡੀਆਂ ਤਾਂ ਠੀਕ ਆ, ਨਹੀਂ ਤਾਂ ਫਿਰ ਭਾਈ ਜਿਵੇਂ ਚੱਲਦਾ ਉਵੇਂ ਚੱਲੀ ਜਾਵੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਬੀਤੇ ਦਿਨੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੁੜ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਉੱਤੇ ਵਿਚਾਰ ਕਰਨ ਲਈ ਕਿਹਾ ਗਿਆ ਸੀ। ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਉਹਨਾਂ ਦੀਆਂ ਅਜੇ ਵੀ ਉਹੀ ਮੰਗਾਂ ਨੇ ਜੋ ਪਹਿਲਾਂ ਸਨ। ਨਾਲ ਹੀ ਕਿਸਾਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਖਿਆ ਸੀ ਕਿ ਉਹ ਇੱਕ ਫੋਨ ਕਾਲ ਦੀ ਦੂਰੀ ਤੇ ਨੇ। ਇਸ ਬਾਰੇ ਹੁਣ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਤੋਮਰ ਨੇ ਇਹ ਗੱਲ ਕਹੀ ਕਿ ਅਸੀਂ ਗੱਲਬਾਤ ਵਾਸਤੇ ਤਿਆਰ ਹਾਂ, ਪਰ ਪਹਿਲਾਂ ਵਾਲੀ ਤਜਵੀਜ਼ ਦੇ ਉੱਤੇ ਹੀ। ਨਾਲ ਹੀ ਉਹਨਾਂ ਨੇ ਸਾਫ਼ ਕੀਤਾ ਕਿ ਕਾਨੂੰਨ ਰੱਦ ਕਰਨ ਤੋਂ ਇਲਾਵਾ ਜੇਕਰ ਕਿਸਾਨਾਂ ਕੋਲੇ ਕੋਈ ਹੋਰ ਪ੍ਰਸਤਾਵ ਹੈ ਤਾਂ ਉਹ ਦੱਸਿਆ ਜਾਵੇ। ਉਹਨਾਂ ਨੇ ਕਿਹਾ ਕਿ ਸਾਰਾ ਦੇਸ਼ ਇਸ ਗੱਲ ਦਾ ਗਵਾਹ ਹੈ ਕਿ ਸਰਕਾਰ ਨੇ ਕਿਸਾਨਾਂ ਨਾਲ 11 ਗੇੜ ਦੀ ਵਾਰਤਾ ਕੀਤੀ ਹੈ। ਯੂਨੀਅਨਾਂ ਨੂੰ ਕਿਸਾਨਾਂ ਦੇ ਹਿੱਤ ਵਿੱਚ ਜੋ ਪ੍ਰਸਤਾਵ ਹੋ ਸਕਦੇ ਸੀ ਉਹ ਪ੍ਰਸਤਾਵ ਵੀ ਦਿੱਤੇ ਗਏ ਜੋ ਉਹਨਾਂ ਨੂੰ ਸਵੀਕਾਰ ਨਹੀਂ। ਉਸ ਤੋਂ ਬਾਅਦ ਅਸੀਂ ਕਿਹਾ ਕਿ ਜੇਕਰ ਤੁਹਾਡੇ ਕੋਲੇ ਕੋਈ ਪ੍ਰਸਤਾਵ ਹੈ ਤਾਂ ਉਹ ਦੇ ਦਿਓ। ਹੁਣ ਤੱਕ ਉਹਨਾਂ ਨੇ ਕੋਈ ਆਪਸ਼ਨਲ ਪ੍ਰਸਤਾਵ ਨਹੀਂ ਦਿੱਤਾ ਤੇ ਜਦੋਂ ਕੋਈ ਪ੍ਰਸਤਾਵ ਆਵੇਗਾ ਅਸੀਂ ਦੇਖਾਂਗੇ। ਤੋਮਰ ਨੇ ਕਿਹਾ ਕਿ ਜੋ ਪ੍ਰਸਤਾਵ ਅਸੀਂ ਕਿਸਾਨਾਂ ਨੂੰ ਦਿੱਤਾ ਜਾਂ ਤਾਂ ਉਹਨਾਂ ਦਾ ਇਸ ਦੇ ਉੱਤੇ ਸਕਾਰਾਤਮਕ ਨਜ਼ਰੀਆ ਹੋਵੇ ਜਾਂ ਉਹਨਾਂ ਦੇ ਕੋਲ ਕੋਈ ਬਦਲਵਾਂ ਪ੍ਰਸਤਾਵ ਹੋਵੇ। ਬਸ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਕੋਈ ਹੋਰ ਪ੍ਰਸਤਾਵ ਹੋਣਾ ਚਾਹੀਦਾ ਹੈ, ਜੇਕਰ ਹੈ ਤਾਂ ਉਹ ਦੱਸ ਦੇਣ। ਨਾਲ ਹੀ ਤੋਮਰ ਨੇ ਕਿਹਾ ਕਿ ਅਸੀਂ ਕਈ ਵਾਰ ਆਪਣੀ ਗੱਲ ਕਹਿ ਚੁੱਕੇ ਹਾਂ, ਯੂਨੀਅਨਾਂ ਨੂੰ ਕਿਸਾਨਾਂ ਦੇ ਹਿੱਤ ਦੇ ਵਿੱਚ ਅਮਲੀ ਰੂਪ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ। ਤੋਮਰ ਨਾਲ ਇਸ ਗੱਲਬਾਤ ਤੋਂ ਸਾਫ਼ ਹੈ ਕਿ ਸਰਕਾਰ ਅਜੇ ਵੀ ਖੇਤੀ ਕਾਨੂੰਨ ਵਾਪਸ ਲੈਣ ਦੇ ਪੱਖ ਦੇ ਵਿੱਚ ਭੋਰਾ ਵੀ ਨਹੀਂ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਦੁੱਖ ਹੁੰਦਾ ਇਹਨਾਂ ਗੱਲਾਂ ਬਾਰੇ ਜਾਣ ਕੇ ਵੀ ਕੇਂਦਰ ਦੀ ਸਰਕਾਰ ਜਿਹੜੀ ਕਿ ਸਾਡੀ ਆਪਣੀ ਚੁਣੀ ਹੋਈ ਸਰਕਾਰ ਹੈ ਉਹ ਇਸ ਹੱਦ ਤੱਕ ਵੀ ਢੀਠਤਾ ਹੀ ਵਰਤ ਸਕਦੀ ਹੈ। ਦੁਨੀਆ ਦੇ ਕਿਸੇ ਵੀ ਹੋਰ ਮੁਲਕ ਦੇ ਵਿੱਚ ਇੱਦਾਂ ਦਾ ਨਹੀਂ ਹੁੰਦਾ ਜਿਵੇਂ ਸਿਰਫ ਭਾਰਤ ਦੇ ਵਿੱਚ ਹੀ ਹੁੰਦਾ। ਜਦੋਂ ਦੁਨੀਆ ਦਾ ਕੋਈ ਹੋਰ ਮੁਲਕ ਸਾਡੇ ਦੇਸ਼ ਦੀ ਕਿਸਾਨੀ ਦੇ ਹੱਕ ਦੇ ਵਿੱਚ ਬੋਲਦਾ, ਉਹ ਦੇਸ਼ ਸਾਡੀਆਂ ਸਰਕਾਰਾਂ ਨੂੰ ਭੈੜਾ ਲੱਗਦਾ। ਇੱਥੋਂ ਦੇ ਅਧਿਕਾਰੀ ਆ ਜਿਹੜੇ ਉਸ ਦੇਸ਼ ਦੇ ਮਗਰ ਪੈ ਜਾਂਦੇ ਆ,
ਉੱਥੋਂ ਦੀਆਂ ਅੰਬੈਸੀਆਂ ਦੇ ਵੱਲੋਂ ਇਤਰਾਜ਼ ਜ਼ਾਹਰ ਕੀਤਾ ਜਾਂਦਾ ਹੈ। ਇਹ ਗੱਲ ਕਹੀ ਜਾਂਦੀ ਹੈ ਕਿ ਤੁਸੀਂ ਆਪਣੇ ਦੇਸ਼ ਤੱਕ ਸੀਮਿਤ ਰਹੋ, ਪਰ ਉਹ ਲੋਕ ਕਿਵੇਂ ਚੁੱਪ ਰਹਿ ਲੈਣ, ਉਹਨਾਂ ਦੇਸ਼ਾਂ ਦੇ ਆਗੂ ਕਿਵੇਂ ਚੁੱਪ ਰਹਿ ਲੈਣ ਜਿਹੜੇ ਕਿ ਆਪਣੇ ਦੇਸ਼ ਦੇ ਵਿੱਚ ਇਹੋ ਜਿਹਾ ਕਿਸਾਨਾਂ ਨਾਲ ਕੋਈ ਧੱਕਾ ਨਹੀਂ ਕਰਦੇ ਤੇ ਭਾਰਤ ਦੇ ਵਿੱਚ ਹੁੰਦੇ ਧੱਕੇ ਨੂੰ ਉਹ ਹਰ ਰੋਜ਼ ਵੇਖਦੇ ਆ। ਸੋ ਇਸ ਵਕਤ ਕਿਸਾਨ ਡਟੇ ਹੋਏ ਆ। ਜਿਹੜੇ ਲੋਕ ਵੀ ਇਹ ਗੱਲ ਕਹਿੰਦੇ ਆ ਕਿ ਬਾਰਡਰਾਂ ਦੇ ਉੱਤੇ ਇਕੱਠ ਘਟ ਗਿਆ, ਹੁਣ ਤਾਂ ਕੇਂਦਰ ਦੀ ਸਰਕਾਰ ਤੇ ਅਸਰ ਕੋਈ ਨਹੀਂ, ਬੈਠੇ ਰਹਿਣ ਦਾ ਫਾਇਦਾ ਕੀ ਆ, ਉਹ ਨਿਰਾਸ਼, ਥੱਕੇ ਟੁੱਟੇ, ਜ਼ਿੰਦਗੀ ਤੋਂ ਹਾਰੇ, ਅੱਕੇ ਹੋਏ ਲੋਕ ਆ। ਉਹਨਾਂ ਦਾ ਕੋਈ ਵਜੂਦ ਨਹੀਂ ਗਾ। ਉਹ ਸਿਰਫ ਰਾਇਆਂ ਦੇ ਸਕਦੇ ਆ, ਉਹ ਸਿਰਫ ਤੇ ਸਿਰਫ ਗੋਡਿਆਂ ਦੇ ਵਿੱਚ ਸਿਰ ਦੇ ਕੇ ਰੋ ਸਕਦੇ ਆ, ਉਹ ਸਿਰਫ ਉਲਾਂਭੇ ਦੇਣੇ ਜਾਣਦੇ ਆ। ਉਹਨਾਂ ਦੇ ਪਿੜ ਪੱਲੇ ਜੇਕਰ ਕੁਝ ਹੁੰਦਾ ਤਾਂ ਉਹ ਆਪ ਵੀ ਬਾਰਡਰਾਂ ਦੇ ਉੱਤੇ ਜਾ ਕੇ ਕਿਸਾਨੀ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ। ਇਸ ਵਕਤ ਹਰ ਉਹ ਬੰਦਾ ਜਿਹੜਾ ਕਿ ਅੰਨ ਖਾਂਦਾ, ਜਿਹੜਾ ਕਿ ਖੇਤਾਂ ਦੇ ਨਾਲ ਸਿੱਧੇ ਤੇ ਅਸਿੱਧੇ ਤਰੀਕੇ ਨਾਲ ਜੁੜਿਆ ਹੋਇਆ, ਉਹਨੂੰ ਚਾਹੀਦਾ ਕਿ ਉਹ ਕਿਸਾਨ ਦੇ ਹੱਕ ਦੇ ਵਿੱਚ ਉਨੀ ਕੁ ਗੱਲ ਤਾਂ ਜ਼ਰੂਰ ਕਰੇ ਜਿੰਨੀ ਕੁ ਉਹਦੀ ਸਮਝ ਦਾ ਹਿੱਸਾ ਬਣਦੀ ਹੈ। ਪਰ ਕਈ ਲੋਕ ਨਹੀਂ ਕਰਦੇ। ਉਹਨਾਂ ਦੀਆਂ ਸ਼ਾਇਦ ਕੋਈ ਵੱਖੋ ਵੱਖਰੀਆਂ ਮਜਬੂਰੀਆਂ ਹੋਣ। ਕਿਸੇ ਨੂੰ ਇਹ ਲੱਗਦਾ ਕਿਸਾਨ ਹੈ ਹੀ ਮਾੜੇ, ਕੋਈ ਕਹਿੰਦਾ ਜੀ ਇਹ ਤਾਂ 2024 ਕਰਕੇ ਬੈਠੇ ਹਨ। ਮੈਨੂੰ ਕੱਲ੍ਹ ਰਕੇਸ਼ ਟਕੈਤ ਹੋਰਾਂ ਦੀ ਇੱਕ ਗੱਲ ਬਹੁਤ ਵਧੀਆ ਲੱਗੀ। ਉਹ ਕਹਿੰਦੇ ਵੀ ਕੇਂਦਰ ਦੀ ਸਰਕਾਰ ਨੇ ਸੋਚਣਾ ਕਿ ਕਾਨੂੰਨ ਵੱਡੇ ਆ ਜਾਂ ਫਿਰ ਕਰੋਨਾ ਵੱਡਾ, ਤੇ ਜੇਕਰ ਇਹ ਲੱਗਦਾ ਵੀ ਭਾਈ ਕਰੋਨਾ ਬਹੁਤ ਵੱਡਾ ਤੇ ਕਰੋਨਾ ਬਹੁਤ ਵੱਡੀ ਬਿਮਾਰੀ ਹੈ ਤਾਂ ਫਿਰ ਸਰਕਾਰ ਨੂੰ ਤਿੰਨੇ ਖੇਤੀ ਕਾਨੂੰਨ ਰੱਦ ਕਰਕੇ ਤੇ ਸਾਨੂੰ ਘਰਾਂ ਨੂੰ ਜਾਣ ਦਾ ਮੌਕਾ ਦੇਣਾ ਚਾਹੀਦਾ। ਤੇ ਜੇਕਰ ਉਹਨਾਂ ਨੂੰ ਲੱਗਦਾ ਵੀ ਕਾਨੂੰਨ ਬਹੁਤ ਵੱਡੇ ਆ ਤੇ ਫਿਰ ਸਾਨੂੰ ਬਦਨਾਮ ਕਿਹੜੀ ਗੱਲੋਂ ਕੀਤਾ ਜਾ ਰਿਹਾ ਜਦੋਂ ਕਰੋਨਾ ਹੈ ਹੀ ਛੋਟਾ ਕਾਨੂੰਨਾਂ ਦੇ ਮੂਹਰੇ। ਸੋ ਇਸ ਕਰਕੇ ਬਹੁਤ ਸਾਰੇ ਸਵਾਲ ਆ ਜਿਹੜੇ ਕਿ ਇਸ ਵਕਤ ਕੇਂਦਰ ਦੀ ਸਰਕਾਰ ਦੇ ਉੱਤੇ ਕੀਤੇ ਜਾ ਸਕਦੇ ਆ। ਤੋਮਰ ਹੋਰੀ ਆਪਣੀ ਜ਼ਿੱਦ ਦੇ ਉੱਤੇ ਅੜੇ ਹੋਏ ਆ। ਉਹ ਇਹ ਗੱਲ ਕਹਿੰਦੇ ਕਿ ਜੋ ਅਸੀਂ ਕਹੀਏ ਜੇਕਰ ਉਹ ਕਿਸਾਨ ਮੰਨਦੇ ਤਾਂ ਠੀਕ ਹੈ, ਨਹੀਂ ਤਾਂ ਭਾਈ 11 ਗੇੜ ਦੀ ਗੱਲਬਾਤ ਹੋ ਗਈ ਆ, ਹੁਣ ਇਸ ਤੋਂ ਵੱਧ ਨਹੀਂ। ਸੋ ਆਉਂਦੇ ਸਮੇਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਹੋਰ ਤਿੱਖਾ ਕਰਨ ਦੀ ਗੱਲ ਕੀਤੀ ਗਈ ਹੈ ਸੰਘਰਸ਼ ਨੂੰ। ਇਸ ਵਕਤ ਵੱਡੀ ਗਿਣਤੀ ਦੇ ਵਿੱਚ ਅੱਜ ਬਾਰਡਰਾਂ ਦੇ ਉੱਤੇ ਬੀਬੀਆਂ ਪਹੁੰਚ ਵੀ ਚੁੱਕੀਆਂ ਤੇ ਹਾਲੇ ਹੋਰ ਵੀ ਪਹੁੰਚ ਰਹੀਆਂ। ਵੱਡੀ ਗਿਣਤੀ ਦੇ ਵਿੱਚ ਲੋਕ ਵੱਖ-ਵੱਖ ਥਾਵਾਂ ਦੇ ਉੱਤੇ ਪਹੁੰਚ ਰਹੇ ਆ। ਸੋ ਸੋਚਣਾ ਵਿਚਾਰਨਾ ਬਣਦਾ ਕਿ ਕੀ ਦੁਨੀਆ ਦੇ ਕਿਸੇ ਹੋਰ ਹਿੱਸੇ ਦੇ ਵਿੱਚ, ਦੁਨੀਆ ਦੇ ਕਿਸੇ ਹੋਰ ਦੇਸ਼ ਦੇ ਵਿੱਚ ਕਿਸਾਨਾਂ ਦੀ, ਮਜ਼ਦੂਰਾਂ ਦੀ, ਕਿਰਤੀਆਂ ਦੀ ਇੰਨੀ ਬੇਕਦਰੀ ਹੁੰਦੀ ਹੈ ਜਾਂ ਇਹ ਸਿਰਫ ਭਾਰਤ ਦੇ ਵਿੱਚ ਹੀ ਹੁੰਦਾ। ਪੰਜਾਬ ਦੀ ਕਾਂਗਰਸ ਦੇ ਵਿੱਚ ਇੱਕ ਵਾਰ ਫਿਰ ਬਗਾਵਤ ਦੀਆਂ ਖਬਰਾਂ ਆਈਆਂ। ਲੰਘੇ ਕੱਲ ਪ੍ਰਗਟ ਸਿੰਘ ਜਿਹੜੇ ਕਿ ਜਲੰਧਰ ਛਾਉਣੀ ਤੋਂ ਕਾਂਗਰਸ ਦੇ ਵਿਧਾਇਕ ਆ, ਉਹਨਾਂ ਦੇ ਚੰਡੀਗੜ੍ਹ ਵਾਲੇ ਘਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਤੇ ਕੁਝ ਕੁ ਹੋਰ ਆਗੂਆਂ ਨੇ ਮੀਟਿੰਗ ਕੀਤੀ ਸੀ। ਤੇ ਇਹ ਵੀ ਪਤਾ ਲੱਗਾ ਜੀ ਕਿ ਹੁਣ ਸੁਖਜਿੰਦਰ ਸਿੰਘ ਰੰਧਾਵਾ ਦੇ ਚੰਡੀਗੜ੍ਹ ਵਾਲੇ ਸਰਕਾਰੀ ਘਰ ਦੇ ਵਿੱਚ 10 ਵਿਧਾਇਕਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ। ਇਹਨਾਂ ਮੀਟਿੰਗਾਂ ਤੋਂ ਬਾਅਦ ਹੁਣ ਆਉਂਦੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀਆਂ ਕਿੰਨੀਆਂ ਕੁ ਮੁਸ਼ਕਲਾਂ 'ਚ ਵਾਧਾ ਹੁੰਦਾ ਇਹ ਤਾਂ ਵਕਤ ਬਿਆਨ ਕਰੂਗਾ। ਪਰ ਇਹ ਉਹ ਵੇਲਾ ਚੱਲ ਰਿਹਾ ਜਦੋਂ ਹਾਈ ਕਮਾਂਡ ਦੇ ਵੱਲੋਂ ਗੱਲ ਆਖੀ ਗਈ ਆ ਕਿ ਹੁਣ ਭਾਈ ਚੁੱਪ, ਹੁਣ ਤੁਸੀਂ ਚੁੱਪ ਕਰ ਜਾਓ, ਆਪਾਂ ਆਪਣਾ ਹੋਰ ਜਲੂਸ ਨਹੀਂ ਕਢਾਉਣਾ, ਆਉਂਦੇ ਸਮੇਂ ਦੇ ਵਿੱਚ ਕੋਈ ਮਹੱਤਵਪੂਰਨ ਫੈਸਲਾ ਲਵਾਂਗੇ। ਨਵਜੋਤ ਸਿੰਘ ਸਿੱਧੂ ਹਰ ਰੋਜ਼ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕਰਦੇ ਆ। ਪ੍ਰਗਟ ਸਿੰਘ ਹੋਰਾਂ ਨੇ ਬੜੀ ਸਾਫ਼ ਤੇ ਸਪਸ਼ਟ ਗੱਲ ਇਹ ਕਹੀ ਆ ਲੰਘੇ ਕੱਲ ਵੀ ਤੇ ਪਰਸੋਂ ਵੀ ਕਿ ਜੇਕਰ 2022 ਦੀਆਂ ਚੋਣਾਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਲੜੀਆਂ ਗਈਆਂ ਤਾਂ ਕਾਂਗਰਸ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਜਾਣਾ। ਉਧਰੋਂ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ ਤੇ ਕਈ ਹੋਰ ਜਿਹੜੇ ਕਾਂਗਰਸੀ ਵਿਧਾਇਕ ਆ, ਕਈ ਹੋਰ ਮੰਤਰੀ ਆ ਜਿਹੜੇ ਉਹ ਆਪਣੀ ਹੀ ਸਰਕਾਰ ਦੀਆਂ ਨਲਾਇਕੀਆਂ ਤੋਂ ਪਰੇਸ਼ਾਨ ਆ। ਪਰੇਸ਼ਾਨੀ ਦਾ ਸਭ ਤੋਂ ਵੱਡਾ ਕਾਰਨ ਇਹ ਆ ਵੀ ਲੋਕਾਂ ਦੇ ਵਿੱਚ ਕਿਵੇਂ ਜਾਣਾ, ਲੋਕਾਂ ਦੇ ਵਿੱਚ ਕਿਵੇਂ ਵਿਚਰਨਾ। ਜਦੋਂ ਸਰਕਾਰ ਨੇ ਕਿਸੇ ਦਾ ਕੋਈ ਕੰਮ ਕੀਤਾ ਹੀ ਨਹੀਂ, ਆਪਣੇ ਵਿਧਾਇਕਾਂ ਨੇ ਵੀ ਬਾਤ ਨਹੀਂ ਪੁੱਛੀ ਤੇ ਆਮ ਲੋਕਾਂ ਦੀ ਕਿੱਥੇ ਪੁੱਛਣੀ ਆ। ਹੁਣ ਤਾਂ ਵਾਰ-ਵਾਰ ਜਿਹੜੇ ਬਾਗੀ ਵਿਧਾਇਕ, ਬਾਗੀ ਮੰਤਰੀ, ਉਹਨਾਂ ਦੇ ਵੱਲੋਂ ਗੱਲ ਕਹੀ ਜਾ ਰਹੀ ਹੈ ਵੀ ਜੇਕਰ ਕੈਪਟਨ ਸਾਹਿਬ ਨੂੰ ਲੱਗਦਾ ਜੀ ਕਿ ਅਸੀਂ ਕਿਸੇ ਹੋਰ ਦੇ ਟੇਟੇ ਚੜ੍ਹ ਕੇ ਇਹੋ ਜਿਹੀਆਂ ਗੱਲਾਂ ਕਰ ਰਹੇ ਹਾਂ ਤਾਂ ਨਿਰਪੱਖ ਤੌਰ ਦੇ ਉੱਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਾ ਕੇ, ਸ਼ਹਿਰਾਂ ਦੇ ਵਿੱਚ ਆਪਣੀ ਟੀਮ ਭੇਜ ਕੇ ਸਰਵੇਖਣ ਕਰਵਾ ਲੈਣਾ ਚਾਹੀਦਾ। ਕੀ ਲੋਕ ਸੰਤੁਸ਼ਟ ਆ? ਕੀ ਲੋਕ ਇਸ ਗੱਲ ਨੂੰ ਮੰਨਦੇ ਆ ਕਿ ਭਾਈ ਤੁਸੀਂ 85% ਵਾਅਦੇ ਪੂਰੇ ਕੀਤੇ ਆ? ਕੀ ਲੋਕ ਇਹ ਗੱਲ ਨਹੀਂ ਕਹਿੰਦੇ ਕਿ ਬੇਅਦਬੀ ਦੇ ਮਾਮਲੇ 'ਚ ਸਾਨੂੰ ਇਨਸਾਫ ਕਿਉਂ ਨਹੀਂ ਮਿਲਿਆ? ਸੋ ਇਹ ਉਹ ਵੇਲਾ ਜਦੋਂ ਕਾਂਗਰਸ ਦੇ ਵਿੱਚ ਅੰਦਰੂਨੀ ਖਿੱਚੋਤਾਣ ਬਹੁਤ ਵੱਡੇ ਪੱਧਰ ਦੇ ਉੱਤੇ ਆ। ਹਾਈ ਕਮਾਨ ਆਉਂਦੇ ਸਮੇਂ ਦੇ ਵਿੱਚ ਨਵਜੋਤ ਸਿੱਧੂ ਨੂੰ ਮੁੱਖ ਰੱਖ ਕੇ ਚੋਣਾਂ ਲੜੂ ਜਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਰੱਖ ਕੇ ਚੋਣਾਂ ਲੜੂ, ਇਹ ਤਾਂ ਵਕਤ ਬਿਆਨ ਕਰੂ। ਪਰ ਦੋਵਾਂ ਦੇ ਵਿੱਚੋਂ ਜਿਹਨੂੰ ਵੀ ਇੱਕ ਨੂੰ ਰੱਖਿਆ, ਦੂਜੇ ਨੇ ਬਗਾਵਤ 100% ਦੀ ਕਰਨੀ ਹੈ। ਇਹ ਗੱਲ ਪੱਕੇ ਯਕੀਨ ਨਾਲ ਕਹੀ ਜਾ ਸਕਦੀ ਹੈ। ਤੇ ਜਦੋਂ ਕਾਂਗਰਸ ਦੇ ਵਿੱਚ ਕਲੇਸ਼ ਛਿੜਿਆ ਹੋਇਆ ਤਾਂ ਆਮ ਆਦਮੀ ਪਾਰਟੀ ਨੂੰ ਵੀ, ਬੀਜੇਪੀ ਨੂੰ ਵੀ ਤੇ ਅਕਾਲੀ ਦਲ ਨੂੰ ਵੀ ਚਾਅ ਚੜਿਆ ਹੋਇਆ ਕਿ ਇਹ ਆਪਸ ਦੇ ਵਿੱਚ ਕੁੱਕੜਾਂ ਵਾਂਗੂ ਡਹੀ ਜਾਂਦੇ ਆ ਤੇ ਜੁਗਾੜ ਸਾਡਾ ਲੱਗ ਸਕਦਾ। ਪਰ ਇਹ ਜੁਗਾੜ ਕਿਵੇਂ ਲੱਗੂਗਾ ਤੇ ਕਿਹਦਾ ਲੱਗੂਗਾ ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ। ਵੈਸੇ ਪੰਜਾਬੀ ਕਿਸੇ ਦਾ ਵੀ ਜੁਗਾੜ ਲਵਾ ਦਿੰਦੇ ਹੁੰਦੇ, ਹਾਲਾਂਕਿ ਮੈਂ ਜੁਗਾੜ ਸ਼ਬਦ ਵਰਤਣਾ ਨਹੀਂ ਚਾਹੁੰਦਾ, ਪਰ ਕਿਉਂਕਿ ਅਸੀਂ ਜੁਗਾੜ ਲਵਾ ਦਿੰਦੇ ਹੁੰਦੇ ਆ, ਅਸੀਂ ਕਿਸੇ ਨੂੰ ਵੀ ਜਿਤਾ ਦਿੰਦੇ ਹੁੰਦੇ ਆ, ਪਰ ਅਸੀਂ ਆਪ ਨਹੀਂ ਕਦੇ ਜਿੱਤੇ, ਆਪ ਅਸੀਂ ਹਰ ਵਾਰੀ ਹਾਰੇ ਆ। ਸੋ ਵਕਤ ਬਿਆਨ ਕਰੂਗਾ ਪੰਜਾਬ ਦੀ ਰਾਜਨੀਤੀ ਕਿਹੜੇ ਪਾਸੇ ਨੂੰ ਮੋੜ ਕੱਟਦੀ ਹੈ। ਪਰ ਫਿਲਹਾਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਅਜੀਬੋ-ਗਰੀਬ ਜਿਹਾ ਮਾਹੌਲ ਬਣਿਆ ਪਿਆ। ਇੱਕ ਪਾਸੇ ਕਰੋਨਾ ਮਹਾਮਾਰੀ ਕਰਕੇ ਲੋਕ ਟੁੱਟੇ ਹੋਏ ਆ, ਦੂਜੇ ਪਾਸੇ ਕਾਰੋਬਾਰ ਠੱਪ ਹੋਏ ਪਏ ਆ, ਤੀਜੇ ਪਾਸੇ ਕਿਸਾਨ ਬਾਰਡਰਾਂ ਦੇ ਉੱਤੇ ਬੈਠੇ ਆ, ਚੌਥੇ ਪਾਸੇ ਇਸ ਵਕਤ ਹਰ ਬੰਦੇ ਦਾ ਧਿਆਨ ਇਹ ਆ ਵੀ ਭਾਈ ਉਧਰਲੇ ਪਾਸੇ ਕੀ ਹੁੰਦਾ, ਉਧਰਲੇ ਪਾਸੇ ਕੀ ਹੁੰਦਾ। ਸੋ ਲੋਕਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਵੀ ਆ
ਤੇ ਕਈ ਤਰ੍ਹਾਂ ਦੀ ਛਿਛੋਪੰਜ ਵੀ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।